सस्ते जे गैसट हाउस दे विच कमरा लैण दी कोशिश करदा है ते उहदे उत्ते भी सरकार ने जिहड़ा GST ला देना एक टूरिज्म के उत्ते एक यात्रुओं ते एक गुरु महाराज की संगत के उत्ते सरासर जुल्म है। सरकार को यही कि इस पर सोच विचार करना चाहिए, कम से कम छोटे होटलों में या जैसे गुरु घर की सराय वगैरह है उनमें से तो ये सब चीज़ें एकदम से माफ़ होनी चाहिए। हरमंदर साहब आईयां संगतां दे उत्ते टैक्स ला दिता गया, दर्शनां ते टैक्स ला दिता गया, जो कि सानू बिल्कुल बर्दाश्त नहीं गा। सरकार ਨੂੰ ਬੇਨਤੀ ਹੈ ਕਿ ਜੋ 1000 ਤੋਂ ਘੱਟ ਰੂਮ ਦੇ ਚਾਰजेस ਉਹਦੇ ਵਿੱਚ GST ਨਾ ਲੱਗੇ, ਕਿਉਂਕਿ ਸਰਾਏ ਵਿੱਚ ਅਲੱਗ-ਅਲੱਗ ਪ੍ਰਾਂਤਾਂ ਤੋਂ ਨਿਮਨ ਤਬਕੇ ਤੋਂ ਆਉਂਦੇ ਨੇ ਸ਼ਰਧਾਲੂ, ਤੇ 1000 ਤੋਂ ਜੋ ਜ਼ਿਆਦਾ ਦਾ ਰੇਂਟ ਹੈ ਉਹਦੇ ਉੱਤੇ GST ਲਾਣਾ ਚਾਹੀਦਾ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਸੰਬੰਧਿਤ ਸਰਾਵਾਂ ਤੇ ਦਰਬਾਰ ਸਾਹਿਬ ਨਜ਼ਦੀਕ ਹੋਟਲਾਂ ਨੂੰ ਭਾਰਤ ਸਰਕਾਰ ਵੱਲੋਂ GST ਦੇ ਘੇਰੇ ਵਿੱਚ ਲੈਣ ਤੋਂ ਬਾਅਦ ਸ਼ਰਧਾਲੂਆਂ ਅਤੇ ਹੋਟਲ ਮੈਨੇਜਰਾਂ ਅਤੇ SGPC ਦੇ ਮਨ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਦੇ ਕੇਂਦਰ ਸਰਕਾਰ ਤੇ ਇਸ ਫੈਸਲੇ ਤੇ ਕਰੜੇ ਸ਼ਬਦ ਵਿੱਚ ਨਿੰਦਾ ਵੀ ਕੀਤੀ ਹੈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਅਮੀਰ ਤੋਂ ਲੈ ਕੇ ਗਰੀਬ ਇੱਥੇ ਪਹੁੰਚਦੇ ਹਨ, ਲੇਕਿਨ ਇਸ ਦੌਰਾਨ ਹੋਟਲਾਂ ਤੇ ਅਤੇ ਸਰਾਵਾਂ ਦੇ GST ਲਗਾਉਣਾ ਮੰਦਭਾਗਾ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸੰਗਤ ਵਿਰੋਧੀ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਦੇ ਲੰਗਰਾਂ ਉੱਪਰ GST ਲਗਾਈ ਗਈ ਸੀ, ਲੇਕਿਨ ਉਸ ਸਮੇਂ ਵੀ ਸੰਗਤ ਦੇ ਸਖਤ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਪਿਆ ਅਤੇ ਹੋਰ ਇਸ ਮੌਕੇ ਤੇ ਸ਼ਰਧਾਲੂਆਂ ਦਾ ਅਤੇ ਹੋਟਲ ਸਿਟੀ ਸਟਾਰ ਮੈਨੇਜਰ ਅਤੇ ਪ੍ਰਧਾਨ ਹੋਟਲ ਐਸੋਸੀਏਸ਼ਨ ਦਾ ਕੀ ਕਹਿਣਾ ਹੈ, ਤੁਸੀਂ ਵੀ ਸੁਣੋ। ਹਾਂਜੀ, ਜਿਹੜੀ GST ਲੱਗ ਰਹੀ ਹੈ 1000 ਤੋਂ ਉੱਤੇ ਨਹੀਂ ਲੱਗਣੀ ਚਾਹੀਦੀ ਹੈਗੀ ਹੈ, ਕਿਉਂਕਿ ਇੱਥੇ ਬਹੁਤ ਸਾਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਮਤਲਬ ਕਿ ਇਸ ਰੂਲ ਨੂੰ ਫੋਲੋ ਨਹੀਂ ਕਰ ਸਕਦੇ ਹੈ, ਅਤੇ ਉਹਨਾਂ ਵਾਸਤੇ ਸਾਰੀ ਸੁਵਿਧਾ ਹੋਣੀ ਬਹੁਤ ਜ਼ਰੂਰੀ ਹੈ ਅਤੇ ਅਸੀਂ ਉਹਨਾਂ ਦੇ ਨਾਲ ਹੀ ਸਹਿਮਤ ਹੈਗੇ ਹਾਂ। ਤੁਸੀਂ ਕਿੰਨੇ ਦਿਨ ਹੋ ਗਏ ਇੱਥੇ ਸਟਾਰ ਦੇ ਵਿੱਚ? ਇੱਥੇ ਸਾਨੂੰ ਅੱਜ ਤੀਸਰੇ ਦਿਨ ਹੋ ਗਏ ਹੈ। ਤੁਹਾਨੂੰ ਕੋਈ GST ਵਗੈਰਾ ਨਹੀਂ, ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹੈ, ਔਰ ਸੋਚਣਾ ਤਾਂ ਸਾਰਿਆਂ ਦੇ ਵਾਸਤੇ ਪੈਂਦਾ ਹੈਗਾ। ਲੇਬਰ ਦੇ ਉੱਤੇ ਕਿੰਨਾ ਕੁ ਅਸਰ ਪਏਗਾ GST ਲੱਗੇਗਾ? ਮੀਡੀਅਮ ਲੋਕਾਂ ਤੇ ਹੀ ਇੰਨਾ ਕਾਫੀ ਅਸਰ ਪੈਂਦਾ, ਤਾਂ ਲੇਬਰ ਲੋਕ ਤੇ ਤਾਂ ਪੈਣਾ ਹੀ ਹੈ ਨਾ। ਫਿਰ ਲੱਗਦਾ ਕਿ ਸਰਾਵਾਂ ਤੇ ਵੀ GST ਲੱਗਣੀ ਚਾਹੀਦੀ ਹੈ? ਲੱਗਣੀ ਚਾਹੀਦੀ ਹੈ, ਲੱਗ ਤਾਂ ਹਰ ਪਾਸੇ ਹੀ ਰਹੀ ਹੈ, ਤੇ ਹੁਣ ਸਰਾਵਾਂ ਵੀ ਉਹਦੇ ਵਿੱਚ ਐਡ ਹੈਗੀਆਂ ਨੇ, ਹੈ ਨਾ। ਵੈਸੇ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ? नहीं तो लगनी चाहिए, ये तो चीज़ गलत है, नहीं लगनी। सरकार वास्ते ਅਸੀਂ यही आखने ਚਾਹਾਂਗੇ कि ਸਾਰਿਆਂ ਨੂੰ ਇੱਕ ਬਰਾਬਰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਛੋਟੇ ਵੱਡੇ ਆ, ਸਾਰੇ ਮੀਡੀਅਮ ਕਲਾਸ ਦੇ ਹੈਗੇ ਆ, ਤੇ ਇਹਨਾਂ ਸਾਰਿਆਂ ਵਾਸਤੇ ਸੁਵਿਧਾ ਹੋਣੀ ਚਾਹੀਦੀ ਹੈ। ਹਾਂਜੀ, ਸਰ ਆਪਣਾ ਨਾਮ ਦੱਸ ਕੇ ਜਿਹੜੀ ਅਮਰਜੀਤ ਸਿੰਘ ਦੂਆ, ਬਿਲਾਸਪੁਰ ਛੱਤੀਸਗੜ੍ਹ ਤੋਂ ਅਸੀਂ ਆਏ ਹਾਂ ਸੰਗਤ ਨੂੰ ਲੈ ਕਰਕੇ ਸ੍ਰੀ ਦਰਬਾਰ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ। ਅਸੀਂ ਇੱਥੇ 30 ਤਾਰੀਖ ਤੋਂ ਪਹੁੰਚੇ ਹਾਂ, 3 ਤਾਰੀਖ ਤੱਕ ਰਹਿਣਾ ਸੀ। ਇਸ ਵਿੱਚ ਸਾਨੂੰ ਹੁਣੇ ਪਤਾ ਲੱਗਿਆ ਕਿ ਕੇਂਦਰ ਸਰਕਾਰ ਨੇ ਤੇ ਰਾਜ ਸਰਕਾਰ ਨੇ GST ਲਾਇਆ ਹੈ ਸਾਰਿਆਂ ਵਿੱਚ। ਸਾਡਾ ਸਰਕਾਰ ਨੂੰ ਬੇਨਤੀ ਹੈ ਕਿ ਜੋ 1000 ਤੋਂ ਘੱਟ ਰੂਮ ਦੇ ਚਾਰजेस ਉਹਦੇ ਵਿੱਚ GST ਨਾ ਲੱਗੇ, ਕਿਉਂਕਿ ਸਰਾਏ ਵਿੱਚ ਅਲੱਗ-ਅਲੱਗ ਪ੍ਰਾਂਤਾਂ ਤੋਂ ਨਿਮਨ ਤਬਕੇ ਤੋਂ ਆਉਂਦੇ ਨੇ ਸ਼ਰਧਾਲੂ, ਤੇ 1000 ਤੋਂ ਜੋ ਜ਼ਿਆਦਾ ਦਾ ਰੇਂਟ ਹੈ ਉਹਦੇ ਉੱਤੇ GST ਲਾਣਾ ਚਾਹੀਦਾ ਹੈ, ਕਿਉਂਕਿ GST ਵੀ ਜ਼ਰੂਰੀ ਹੈ ਕੇਂਦਰ ਸਰਕਾਰ ਨੂੰ ਮਜ਼ਬੂਤ ਕਰਨ ਵਾਸਤੇ, ਭਾਰਤ ਸਰਕਾਰ ਨੂੰ ਮਜ਼ਬੂਤ ਕਰਨ ਵਾਸਤੇ ਤੇ ਰਾਜ ਸਰਕਾਰ ਨੂੰ ਮਜ਼ਬੂਤ ਕਰਨ ਵਾਸਤੇ GST ਲੱਗਣਾ ਚਾਹੀਦਾ ਹੈ, ਲੇਕਿਨ 1000 ਤੋਂ ਉੱਤੇ ਦੇ ਰੂਮ ਦੇ ਰੈਂਟ ਵਿੱਚ। ਲੋਕਾਂ ਦੀ ਜੇਬ ਉੱਤੇ ਕਿੰਨਾ ਕੁ ਫਰਕ ਪਿਆ? ਦੇਖੋ, ਦੇਸ਼ ਨੂੰ ਅੱਗੇ ਵਧਾਉਣਾ ਹੈ, ਬਾਕੀ ਦੇਸ਼ਾਂ ਦਾ ਵੀ ਅਸੀਂ ਹਾਲ ਵੇਖ ਰਹੇ ਹਾਂ, ਸਮੇਂ ਦੀ ਮੰਗ ਹੈ ਉਹ। ਬਾਕੀ ਦੇਸ਼ਾਂ ਦਾ ਵੀ ਹਾਲ ਅਸੀਂ ਵੇਖ ਰਹੇ ਹਾਂ, ਤੇ ਸਰਕਾਰ ਨੂੰ ਮਜ਼ਬੂਤ ਹੋਣਾ ਚਾਹੀਦਾ, ਭਾਰਤ ਸਰਕਾਰ ਨੂੰ ਮਜ਼ਬੂਤ ਹੋਣਾ ਚਾਹੀਦਾ। ਉਸ ਕੜੀ ਵਿੱਚ ਇਹ GST ਸਾਡੇ ਹਿੱਤ ਵਿੱਚ ਹੈ, ਅਹਿਤ ਵਿੱਚ ਨਹੀਂ, ਲੇਕਿਨ ਹਾਂ 5000 4000 ਦੇ ਕਮਰੇ ਹੋਣ ਉਹਦੇ ਜ਼ਰੂਰ GST ਲੱਗਣਾ ਚਾਹੀਦਾ ਹੈ। ਹਾਂਜੀ ਭਾਜੀ, ਆਪਣਾ ਨਾਮ? नरेश चौहान। ਹੋਟਲਾਂ ਤੇ ਜਿਹੜੀ GST ਲੱਗੀ ਆ ਉਹ लगनी चाहिए कि नहीं, कितना फर्क पड़ेगा? ये तो फ़र्क बहुत पड़ेगा सर,
कोरोना से पहले ही मतलब बिजनेस ठप था, लेकिन जैसे अभी ट्रैक पर आ रहा था तो ये जीएसटी से मुझे नहीं लगता कि इससे मतलब बहुत फ़र्क पड़ेगा मतलब बिज़नेस पर। पहले भी मतलब 2 साल होटल इंडस्ट्री के माइनस में ही गए हैं, तो अभी ट्रैक पर आ रहे थे, लेकिन अब ये कारोबार पहले से भी ठप ही था, तो बहुत फ़र्क पड़ेगा काम पर। लोगों की जेब में कितना फर्क पड़ेगा? और ज़रूर फ़र्क पड़ेगा, क्यों नहीं पड़ेगा। सिस्टम को थोपा जा रहा है एक किस्म से गवर्नमेंट के द्वारा। श्रमों पे भी लग के लिए जीएसटी लगनी चाहिए कि नहीं लगनी चाहिए? और वहाँ पर देखो बजट भी काफ़ी कम होता है ना, तो उस पर से कस्टमर कहाँ से रेडी होगा जीएसटी देने के लिए। गुरु घर की जो श्राम बनी होती है लोगों की हेल्प के लिए होती है, थोड़ा कम रेट मिल जाते हैं, वहाँ भी लग रही है, वो लगनी चाहिए कि नहीं लगनी? बिल्कुल नहीं लगनी चाहिए। और 5 स्टार 3 स्टार होटलों में तो चलो फिर भी जायज़ है, लेकिन अब जो गुरु घर जहाँ पर तो एक किस्म से वो हेल्प थी एक लोगों के लिए, लेकिन वो भी अब एक किस्म से धक्का ही हो गया एक किस्म का। सही काम किया है गलत? बहुत गलत है मेरे हिसाब से। सरकार को क्या मैसेज देना चाहिए? सरकार को यही कि इस पर सोच विचार करना चाहिए, कम से कम छोटे होटलों में या जैसे गुरु घर की सराय वगैरह है उनमें से तो ये सब चीज़ें एकदम से माफ़ होनी चाहिए। उनकी कटनी नहीं है। हाँ जी सर, अपना नाम दस के ਜਿਹੜੀ जीएसटी लग रही होटल ਦੇ ਸਰਾਵਾਂ। ਮੈਂ ਸੁਰਿੰਦਰ ਸਿੰਘ ਹਾਂ ਜੀ, ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਹੋਟਲ ਗੈਸਟ ਹਾਊਸ ਐਸੋਸੀਏਸ਼ਨ ਅੰਮ੍ਰਿਤਸਰ ਤੋਂ ਹਾਂ ਜੀ। ਕਈ ਅਰਸੇ ਤੋਂ ਜਦ ਤੋਂ ਗੁਰੂ ਰਾਮਦਾਸ ਸਾਹਿਬ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਸਾਇਆ, ਉਦੋਂ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਇਰਦ ਗਿਰਦ ਬੁੰਗੇ ਹੁੰਦੇ ਸਨ, ਪਿੰਡਾਂ ਤੋਂ ਲੋਕ ਆ ਕੇ ਉੱਥੇ ਠਹਿਰਦੇ ਹੁੰਦੇ ਸਨ। ਉਹ ਬੁੰਗਿਆਂ ਦੀ ਪ੍ਰਥਾ ਖਤਮ ਹੋਈ, ਉਹਨਾਂ ਦੀ ਜਗ੍ਹਾ ਜਿਹੜੀ ਹੈ ਇੱਥੋਂ ਦੇ ਛੋਟੇ ਛੋਟੇ ਗੈਸਟ ਹਾਊਸ ਹੋਟਲਾਂ ਨੇ ਲਈ। ਇਹ ਹੋਟਲਾਂ ਨੂੰ ਅੱਜ ਪਹਿਲੀ ਵਾਰੀ ਜਿਹੜਾ ਕਿ ਸਰਕਾਰਾਂ ਨੇ ਜੀਐਸਟੀ ਲਾਗੂ ਕਰ ਦਿੱਤੀ ਹੈ। ਜੀਐਸਟੀ ਇੱਕ ਸਧਾਰਨ ਬੰਦਾ ਜਦੋਂ ਕਿ ਘਰੋਂ ਤੁਰ ਕੇ ਆਉਂਦਾ ਹੈ ਕਿ ਮੈਂ ਲੰਗਰ ਪਾਣੀ ਅੰਮ੍ਰਿਤਸਰ ਛਕਾਂਗਾ ਅਤੇ ਸਰਾਂ ਦੇ ਵਿੱਚ ਮੈਨੂੰ ਕਮਰਾ ਮਿਲ ਜਾਏਗਾ, ਉਹਨੂੰ ਜਦੋਂ ਸਰਾਂ ਦੇ ਵਿੱਚ ਕਮਰਾ ਤਾਦਾਦ ਯਾਤਰੂਆਂ ਦੀ ਜ਼ਿਆਦਾ ਹੋਣ ਕਰਕੇ ਕਮਰਾ ਨਹੀਂ ਮਿਲਦਾ, ਉਹ ਆ ਕੇ ਨੇੜੇ ਦੇ ਸਸਤੇ ਜਿਹੇ ਗੈਸਟ ਹਾਊਸ ਦੇ ਵਿੱਚ ਕਮਰਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਉਹਦੇ ਉੱਤੇ ਵੀ ਸਰਕਾਰ ਨੇ ਜਿਹੜਾ ਜੀਐਸਟੀ ਲਾ ਦੇਣਾ, ਇਹ ਇੱਕ ਟੂਰਿਜ਼ਮ ਦੇ ਉੱਤੇ, ਇੱਕ ਯਾਤਰੂਆਂ ਤੇ, ਇੱਕ ਗੁਰੂ ਮਹਾਰਾਜ ਦੀ ਸੰਗਤ ਦੇ ਉੱਤੇ ਸਰਾਸਰ ਜ਼ੁਲਮ ਹੈ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਹਰਿਮੰਦਰ ਸਾਹਿਬ ਆਈਆਂ ਸੰਗਤਾਂ ਦੇ ਉੱਤੇ ਟੈਕਸ ਲਾ ਦਿੱਤਾ ਗਿਆ, ਦਰਸ਼ਨਾਂ 'ਤੇ ਟੈਕਸ ਲਾ ਦਿੱਤਾ ਗਿਆ, ਜੋ ਕਿ ਸਾਨੂੰ ਬਿਲਕੁਲ ਬਰਦਾਸ਼ਤ ਨਹੀਂ ਗਾ। ਇਹ ਟੈਕਸ ਜਿਹੜਾ ਵੱਡੇ ਹੋਟਲਾਂ 'ਚ, ਲਗਜ਼ਰੀ ਹੋਟਲਾਂ 'ਚ, ਜਿੱਥੇ ਆ ਕੇ ਲੋਕ ਸ਼ਾਨਦਾਰ ਹੋਟਲਾਂ ਦੇ ਵਿੱਚ ਆ ਕੇ ਰਹਿੰਦੇ ਸੀ, ਨਾ ਤਾਂ ਉਹਨਾਂ ਨੂੰ ਟੈਕਸ ਦਾ ਫਰਕ ਪੈਂਦਾ ਸੀ, ਨਾ ਹੀ ਉਹਨਾਂ ਨੂੰ ਕਿਸੇ ਕਿਸਮ ਦੀ ਹੋਰ ਖਰਚੇ ਦੀ ਕੋਈ ਫਿਕਰ ਦਿਮਾਗ ਦੇ ਵਿੱਚ ਹੁੰਦਾ ਸੀ। ਇਹ ਯਾਤਰੂ ਜਿਹੜਾ 500 ਰੁਪਏ ਦਾ ਕਮਰਾ ਲਏਗਾ, ਕਿ ਉਹਨੂੰ ਟੈਕਸ ਲਾਉਣਾ ਵਾਜਬ ਹੈ? ਕਿ ਇਹ ਸਰਕਾਰ ਸੋਚੇ ਕਿ ਇਹ ਇੱਕ ਕਿਸੇ ਦੀ ਗਰਹੀ ਖੋਹਣ ਵਾਲੀ ਗੱਲ ਆ, ਯਾਤਰੂਆਂ ਦੀ, ਹਰਿਮੰਦਰ ਸਾਹਿਬ ਆਏ ਯਾਤਰੂਆਂ ਦੀ ਮੂੰਹ ਦੇ ਵਿੱਚੋਂ ਗਰਹੀ ਖੋਹਣ ਵਾਲੀ ਗੱਲ ਆ। ਜਿਹੜਾ ਬੰਦਾ ਸੋਚ ਕੇ ਆਉਂਦਾ, ਘਰੋਂ ਲੈ ਕੇ ਆਉਂਦਾ 1000-2000 ਰੁਪਏ ਲੈ ਕੇ ਵੀ ਲੰਗਰ ਪਾਣੀ ਉੱਥੇ ਛਕ ਲਵਾਂਗੇ ਅਤੇ ਯਾਤਰਾ ਦੇ ਵਿੱਚ ਜਾਂ ਪਰਿਕਰਮਾ 'ਚ ਸੌਂ ਜਾਵਾਂਗੇ, ਜੇ ਉਹਨੂੰ ਉੱਥੇ ਜਗ੍ਹਾ ਨਹੀਂ ਮਿਲਦੀ ਤਾਂ ਆ ਕੇ ਗੈਸਟ ਹਾਊਸ 'ਚ ਕਮਰਾ ਲਏਗਾ ਅਤੇ ਉਹਦੇ ਉੱਤੇ ਉਹਨੂੰ ਜੀਐਸਟੀ ਲਾ ਦਿੱਤਾ ਜਾਵੇ। ਇਹ ਬਿਲਕੁਲ ਨਾਇਨਸਾਫੀ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਦੀ ਵਿਰੋਧਤਾ ਕੀਤੀ ਹੈ। ਹੋਰ ਵੀ ਸਾਰੀਆਂ ਸੰਸਥਾਵਾਂ, ਸਾਰੀਆਂ ਜਿੰਨੀਆਂ ਕਿ ਅੰਮ੍ਰਿਤਸਰ ਦੀਆਂ ਅਤੇ ਪੰਜਾਬ ਦੀਆਂ ਸੰਸਥਾਵਾਂ ਨੇ, ਉਹਨਾਂ ਨੇ ਇਹ ਨਿਖੇਧੀ ਕੀਤੀ ਹੈ। ਇਹਨੂੰ ਇੱਕ ਵਾਰੀ ਦੁਬਾਰਾ ਇਹਦੇ ਉੱਤੇ ਸੋਚ ਕਰਨੀ ਚਾਹੀਦੀ ਹੈ। ਛੋਟੇ ਛੋਟੇ ਹੋਟਲ ਗੈਸਟ ਹਾਊਸਾਂ ਦੇ ਉੱਤੇ ਜਿਹੜਾ ਕਿ ਠੀਕ ਹੈ, ਇਸ ਇਲਾਕੇ ਨੂੰ 12 ਦਰਵਾਜ਼ਿਆਂ ਦੇ ਅੰਦਰ ਜਿਹੜਾ ਹਰਿਮੰਦਰ ਸਾਹਿਬ ਦਾ ਏਰੀਆ, ਦੁਰਗਿਆਣਾ ਮੰਦਿਰ ਦਾ ਏਰੀਆ, ਰਾਮ ਤੀਰਥ ਸਾਹਿਬ ਦਾ ਏਰੀਆ, ਜਿਹੜਾ ਇਸ ਏਰੀਆ ਨੂੰ ਬਿਲਕੁਲ ਟੈਕਸ ਮੁਕਤ ਹੋਣਾ ਚਾਹੀਦਾ ਹੈ। ਅਸੀਂ ਤਾਂ ਪਹਿਲੇ ਸਗੋਂ ਉਲਟਾ ਕੋਈ ਸਬਸਿਡੀ ਮੰਗ ਰਹੇ ਹਾਂ, ਸਬਸਿਡੀ ਤਾਂ ਸਾਨੂੰ ਦੇਣੋਂ ਰਹੇ ਅਤੇ ਉਲਟਾ ਸਾਡੇ ਦੇ ਉੱਤੇ ਜੇ ਜੀਐਸਟੀ ਲਾਗੂ ਕਰ ਦਿੱਤੀ ਜਾਏਗੀ ਤਾਂ ਇਹ ਬੜੀ ਗੱਲ ਆ। ਇਸ ਚੀਜ਼ ਦਾ ਬੜਾ ਨਿੰਦਣਯੋਗ ਇਹ ਸਟੈਪ ਆ ਸਰਕਾਰ ਦਾ। ਸੋ ਇਹਦੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ, ਦ ਪਬਲਿਕ ਟਾਈਮਸ।